150-200 ਬੰਦਾ ਰੇਂਜਰ ਦਾ ਵਧਿਆ ਆ। ਛੋਟੀ ਜਿਹੀ ਮਸਤੀ ਨਾਲ ਬੰਦ ਕਰ ਰਹੇ ਨੇ। ਮੈਂ ਕਿਹਾ ਚਲੋ ਉਹਦੇ 'ਤੇ ਵੀ ਗੱਲ ਕਰਨੀ ਚਾਹੀਦੀ ਹੈ। ਹੁਣ ਇੱਕ ਰਾਣਾ ਸਨਾਉल्लाह ਦਾ ਬਿਆਨ ਸੁਣ ਰਿਹਾ ਸੀ। ਮੈਂ ਉਹ ਅਹਿਮਦੀਆਂ ਦੇ ਜਿਹੜੇ ਗੰਦਖਾਨੇ ਨੇ ਉਹ ਸੀਲ ਕਰਦੇ। अस्सलाम वालेकुम जी, ਕੀ ਹਾਲ ਨੇ ਦੋਸਤਾਂ ਨੇ? ਉਮੀਦ ਕਰਦਾ ਸਾਰੇ ਖੈਰੀਅਤ ਦੇ ਨਾਲ ਹੋਣਗੇ। TRP ਦੇ ਨਾਲ ਮਾਮਲਾਤ ਜਿਹੜੇ ਚੱਲ ਰਹੇ ਨੇ ਹੁਕੂਮਤੀ, ਅਕਸਰ ਲੋਕ ਇਸ ਤੋਂ ਵਾਕਿਫ ਨੇ। ਇਹ ਹੁਣ ਮੈਂ ਇੱਕ ਰਾਣਾ ਸਨਾਉल्लाह ਦਾ ਬਿਆਨ ਸੁਣ ਰਿਹਾ ਸੀ। ਮੈਂ ਕਿਹਾ ਚਲੋ ਮੰਮੀ ਥੋੜ੍ਹੀ ਜਿਹੀ ਇਹਦੇ ਉੱਤੇ ਰੋਸ਼ਨੀ ਪਾ ਦੇਵਾਂ, ਬਾਗੇ ਮਤ ਥੋੜ੍ਹੀ ਹੋਵੇ। ਇੱਕ ਨਾਲ ਜਨਾਬ ਮਸਜਿਦਾਂ ਬੰਦ ਕਰ ਰਹੇ ਨੇ। ਮੈਂ ਕਿਹਾ ਚਲੋ ਉਹਦੇ 'ਤੇ ਵੀ ਗੱਲ ਕਰਨੀ ਚਾਹੀਦੀ ਹੈ, ਸਾਡਾ ਹੱਕ ਬਣਦਾ। ਇੱਕ ਮੈਂ ਟਵੀਟ ਵੇਖਿਆ ਹੈ ਜਿੰਦੇ ਵਿੱਚ ਬੜੀ ਅਜੀਬੋ ਗਰੀਬ ਗੱਲ ਲਿਖੀ ਸੀ। ਬੜੀ ਹੈਰਤ ਹੋਈ ਹੈ ਤੇ ਬੜਾ ਹੀ ਜਨਾਬ ਅਜੀਬੋ ਗਰੀਬ ਲੱਗਾ। ਟਵੀਟ ਵੇਖਿਆ ਤੇ ਬੜੀ ਹੈਰਤ ਹੋਈ ਹੈ। ਟਵੀਟ ਦੇ ਵਿੱਚ ਲਿਖਿਆ ਹੋਇਆ ਸੀ ਕਿ ਜਨਾਬ ਤਰੀਕੇ ਲਬੈਕ ਵਾਲੇ ਜਿਹੜੇ ਨੇ ਉਹ ਅਹਿਮਦੀਆਂ ਦੇ ਜਿਹੜੇ ਗੰਦਖਾਨੇ ਨੇ ਉਹ ਸੀਲ ਕਰਦੇ ਰਹਿਣ ਹੁਣ ਤੱਕ, ਲੇਕਿਨ ਹੁਣ ਇਹਨਾਂ ਦੇ ਆਪਣੀਆਂ ਮਸਜਿਦਾਂ ਜਿਹੜੀਆਂ ਨੇ, ਇਬਾਦਤਗਾਹਾਂ ਜਿਹੜੀਆਂ ਨੇ ਉਹ ਸੀਲ ਹੋ ਰਹੀਆਂ ਨੇ। ਯਾਨੀ ਕਿ ਉਹਨੇ ਆਪਣੀ ਤਰਫੋਂ ਤਨਜ਼ੀਹਾ ਤੌਰ 'ਤੇ ਲਿਖਿਆ ਹੋਇਆ ਸੀ ਕਿ ਇਹ ਬਦਲਾ ਜਿਹੜਾ ਨਹੀਂ ਉਹ ਅਹਿਮਦੀ ਲੈ ਰਹੇ ਨੇ। ਅੱਛਾ, ਹੁਣ ਅਹਿਮਦੀ ਪਹਿਲੋਂ ਤਾਂ ਇਸ 'ਤੇ ਗੱਲ ਕਰ ਲਈਏ ਕਿ ਅਹਿਮਦੀ ਬਦਲਾ ਲੈ ਰਹੇ ਨੇ। ਅਜੀਬ ਜਿਹੀ ਨਹੀਂ ਜ਼ਰਾ ਗੱਲ ਲੱਗੀ? ਮੈਨੂੰ ਵੀ ਇੱਕ ਵਾਰੀ ਬੜਾ ਅਜੀਬ ਜਿਹਾ ਲੱਗਾ ਕਿ ਅਹਿਮਦੀ ਕਿਸ ਤਰ੍ਹਾਂ ਬਦਲਾ ਲੈ ਰਹੇ ਨੇ। ਲੇਕਿਨ ਫਿਰ ਇਹ ਦਿਨ 'ਚ ਖਿਆਲ ਆਇਆ ਕਿ ਇਹ ਅਹਿਮਦੀਆਂ ਦੀ B ਟੀਮ ਹੈ। ਜੋ ਕੁਝ ਵੀ ਉੱਧਰੋਂ ਆਰਡਰ ਹੋਣੇ ਨੇ ਇਹਨੇ ਉਹ ਹੀ ਕਰਨਾ ਹੈ। ਅੱਛਾ, ਉਹ ਰਾਣਾ ਸਨਾਉल्लाह ਜਿਹੜਾ ਨਹੀਂ ਉਹਦਾ ਵੀ ਨਾਲ ਥੋੜ੍ਹਾ ਥੋੜ੍ਹਾ ਮੈਂ ਦੱਸਦਾ ਜਾਵਾਂ ਨਾ। ਉਹ ਇੰਟਰਵਿਊ ਦੇ ਰਿਹਾ ਸੀ, ਕਿਸੇ ਨੇ ਕੋਈ ਸਵਾਲ ਕੀਤਾ ਕਿਆ ਤਰੀਕੇ ਲਬੈਕ ਜਿਹੜੀ ਹੈ ਇਨ ਕਲਦਮ ਕਰਾਰ ਪੱਕਾ ਦਿੱਤਾ ਜਾ ਰਿਹਾ। ਸਾਫੀ ਵੀ ਬੜੇ ਬੜੇ ਬੇਗੈਰਤ ਵੀ ਹਨ ਤੇ ਬੜੇ ਬੜੇ ਗੈਰਤ ਵਾਲੇ ਵੀ ਹਨ, ਸਾਰੇ ਇੱਕੋ ਜਿਹੇ ਨਹੀਂ ਹਨ। ਲੇਕਿਨ ਜਿਸ ਸਾਫੀ ਨੇ ਸਵਾਲ ਕੀਤਾ ਮੈਨੂੰ ਉਹਦੇ ਸਵਾਲ ਤੋਂ ਬੜੀ ਹੈਰਤ ਹੋਈ ਹੈ। ਅੱਛਾ, ਹੁਣ ਰਾਣਾ ਸਨਾਉल्लाह ਦਾ ਰਿਪਲਾਈ ਦੇ ਰਿਹਾ। ਉਹ ਕਹਿ ਰਿਹਾ ਕਿ ਜਨਾਬ ਇਹਨਾਂ 3 ਕੰਮ ਐਸੇ ਕੀਤੇ ਨੇ ਜਿਨ੍ਹਾਂ ਤੋਂ ਇਹਨਾਂ ਨਾਲ ਬਣਦੀ ਹੈ ਕਿ ਇਹਨਾਂ ਨੇ ਕਲਦਮ ਕਰਾਰ ਦਿੱਤਾ ਜਾਵੇ। ਪਹਿਲੇ ਨੰਬਰ 'ਤੇ ਉਹਨਾਂ ਕਿਹਾ ਜੀ ਫੈਜ਼ਾਬਾਦ ਵਾਲਾ ਮਸਲਾ, ਜਿਹੜਾ ਕਿ ਨੂਨ ਲੀਗ ਨੇ ਬਜ਼ਾਤੇ ਖੁਦ ਅਸੈਂਬਲੀ ਦੇ ਵਿੱਚ ਖਲੋ ਕੇ ਇਹਨਾਂ ਦੇ ਮੈਂਬਰ ਨੇ ਬਿਆਨ ਦਿੱਤਾ ਹੈ ਤੇ ਸਾਰੇ ਉਹਦੇ ਪਿੱਛੇ ਡਟੇ ਨੇ ਤੇ ਤਾਂ ਉਹ ਫੈਜ਼ਾਬਾਦ ਵਾਲਾ ਮਸਲਾ ਹੋਇਆ ਸੀ। ਤੇ ਫੈਜ਼ਾਬਾਦ ਫਿਰ ਉਹ ਰਾਣਾ ਸਨਾਉल्लाह ਕਹਿ ਰਿਹਾ ਜਨਾਬ ਇਹਨਾਂ ਦਾ ਜਦੋਂ ਵੀ ਹੁੰਦਾ ਮਾਰਚ ਧਰਨਾ ਹੁੰਦਾ ਉਦੋਂ ਲਾਸ਼ਾਂ ਜ਼ਰੂਰ ਡਿੱਗਦੀਆਂ ਨੇ, ਬੰਦੇ ਸ਼ਹੀਦ ਜ਼ਰੂਰ ਹੁੰਦੇ ਨੇ, ਬੰਦੇ ਫੌਤ ਜ਼ਰੂਰ ਹੁੰਦੇ ਨੇ। ਮੈਂ ਪੁੱਛਣਾ ਚਾਹੁੰਦਾ ਕਿ ਤਰੀਕੇ ਲਬੈਕ 'ਤੇ ਹੀ ਬੰਦੇ ਫੌਤ ਹੋਣ ਤੇ ਫਿਰ ਵੀ ਤਰੀਕੇ ਲਬੈਕ ਦੀ ਦਹਿਸ਼ਤ ਕਰਦੇ। ਕਿੰਨੇ ਕੁ ਬੰਦੇ ਦੂਜੇ ਰਾਹਗੀਰ ਜਾਂਦੇ ਆ ਜਾਂ ਕਿਸੇ ਦੇ ਉੱਥੇ ਜਿਹੜੇ ਆਂਢ ਗੁਆਂਢ ਉੱਥੇ ਰੇਹੜੀਆਂ ਵਾਲੇ ਦੁਕਾਨਾਂ ਵਾਲੇ ਉਹਨਾਂ ਦਾ ਨੁਕਸਾਨ ਹੁੰਦਾ ਹੈ। ਅੱਜ ਤੱਕ ਕਿਸੇ ਰੇਹੜੀ ਵਾਲੇ ਨੇ, ਅੱਜ ਤੱਕ ਇੱਕ ਵਾਰੀ ਰੌਲਾ ਪਿਆ ਸੀ, ਉਸ ਰੇਹੜੀ ਵਾਲੇ ਕੋਲ ਵੀ ਬਾਅਦ 'ਚ ਪੁੱਛਿਆ ਗਿਆ ਸੀ, ਉਹ ਜਨਾਬ ਗੱਲ ਹੀ ਹੋਰ ਸਾਰੀ ਨਿਕਲੀ। ਲੇਕਿਨ ਅੱਜ ਤੱਕ ਕਿਸੇ ਰੇਹੜੀ ਵਾਲੇ ਕੀ ਰਾਹ ਉੱਤੇ ਜਿਹੜੇ ਪੌਦੇ ਲੱਗੇ ਨੇ ਉਹਨਾਂ ਦਾ ਵੀ ਇੱਕ ਪੱਤਾ ਤਰੋੜਿਆ ਨਹੀਂ ਹੈ ਤਰੀਕੇ ਲਬੈਕ ਵਾਲਿਆਂ। ਲੇਕਿਨ ਉਲਟਾ ਰਾਣਾ ਸਨਾਉल्लाह ਕਹਿ ਰਿਹਾ ਜਦੋਂ ਵੀ ਇਹਨਾਂ ਮਾਰਚ ਕੀਤਾ ਕੋਈ ਨਾ ਕੋਈ ਬੰਦੇ ਫੌਤ ਹੋਏ ਨੇ। ਉਹ ਕੰਜਰਾ ਬੰਦੇ ਫੌਤ ਹੋਏ ਨੇ ਤੇ ਇਹਨਾਂ ਦੇ ਹੋਏ ਨੇ। ਉਹ ਕੀਤੇ ਕਹਿੰਦੇ ਉਹਨਾਂ ਨੂੰ ਢੂੰਡ, ਉਹਨਾਂ ਉੱਤੇ ਲਾ ਜੁਰਮਾਨੇ, ਉਹਨਾਂ ਨੂੰ ਕੈਦ ਕਰ, ਉਹਨਾਂ ਨੂੰ ਦੇ ਸਜ਼ਾਵਾਂ। ਅਜੀਬ ਤਰੀਕਾ ਕਾਰ ਹੈ। ਨਾਲੇ ਤੁਸੀਂ ਗੋਲੀ ਚਲਾਓ, ਨਾਲੇ ਤੁਸੀਂ ਜਨਾਬ ਕਲਦਮ ਵੀ ਜਨਾਬ ਇਹ ਹੀ ਨੇ। ਹੈਰਤ ਅੰਗੇਜ਼ ਨਹੀਂ ਗੱਲ? ਪਤਾ ਨਹੀਂ ਕਿਹੜੀ ਯੂਨੀਵਰਸਿਟੀਆਂ 'ਚ ਪੜ੍ਹ ਕੇ ਆਏ ਨੇ। ਉਹ ਅਕਲ ਦੇ ਆਨੇ ਆ ਉਹ ਜਿਹੜੇ ਸਾਫੀ ਖਲੋਤੇ ਉਹਨੂੰ ਵੀ ਹੋ ਸਕਿਆ ਨਿਰੇ ਜਿਹੜੇ ਨੇ ਆਹੋ ਹੋਏ ਨੇ ਕੀ ਬੰਦਾ ਉਹਨਾਂ ਨਾਲ ਰੱਖੇ। ਕਿਸੇ ਬੰਦੇ ਸਵਾਲ ਨਹੀਂ ਕੀਤਾ ਪਰ ਉਹਨਾਂ ਦੇ ਜੇ ਬੰਦੇ ਡਿੱਗਦੇ ਪਏ ਉਹਨਾਂ ਦੇ ਬੰਦੇ ਸ਼ਹੀਦ ਹੁੰਦੇ ਨੇ ਪਏ ਤੇ ਫਿਰ ਉਹ ਕਲਦਮ ਕਿਸ ਤਰ੍ਹਾਂ ਹੋ ਗਈ? ਇੱਕ ਪੁਲਿਸ ਵਾਲਾ ਮਰਿਆ ਸਿਰਫ, ਉਹ ਵੀ ਇਹਨਾਂ ਦੀ ਆਪਣੀ ਗਲਤੀ ਤੋਂ ਇਹਨਾਂ ਆਪੇ ਮਾਰਿਆ, ਆਪੇ ਉਹਨੂੰ ਗੋਲੀ ਮਾਰੀ ਨਾ। ਉਹ ਤਰੀਕੇ ਲਬੈਕ ਤੇ ਲਾ ਕੇ ਜਨਾਬ ਸਾਰੀ ਤਰੀਕੇ ਲਬੈਕ ਜਿਹੜੀ ਉਹ ਕਲਦਮ ਹੋ ਗਈ ਇਹਨਾਂ ਜਨਾਬ ਦਹਿਸ਼ਤਗਰਦੀ ਕੀਤੀ। ਕਿੰਨੇ ਅੱਗੇ ਜਨਾਬ ਪੁਲਿਸ ਵਾਲੇ ਜਿਹੜੇ ਨੇ ਮਰੇ ਨੇ। ਉਲਟਾ ਤਰੀਕੇ ਲਬੈਕ ਵਾਲੇ ਪੁਲਿਸ ਵਾਲਿਆਂ ਨੇ ਹਰ ਵਾਰੀ ਫੈਜ਼ਾਬਾਦ ਵੀ ਬਾਬੇ ਨਾਲ ਹੀ ਕਿਹਾ, ਹੁਣ ਵੀ 150-200 ਬੰਦਾ ਰੇਂਜਰ ਦਾ ਫਦਿਆ ਆ। ਛੋਟੀ ਜਿਹੀ ਗੱਲ ਨਹੀਂ ਹਜ਼ੂਰੇ ਵਾਲਾ, 150-200 ਬੰਦਾ ਰੇਂਜਰ ਦਾ ਫਦਿਆ ਆ। ਸਾਧ ਹੁਸੈਨ ਰਿਜ਼ਵੀ ਸਾਹਿਬ ਨੇ ਆਖਿਆ ਕਿ ਇਹਨਾਂ ਨੂੰ ਛੱਡ ਦਿਓ ਤੇ ਛੱਡ ਦਿੱਤਾ। ਪਹਿਲੋਂ ਐਲਾਨ ਵੀ ਸਾਧ ਰਿਜ਼ਵੀ ਸਾਹਿਬ ਨੇ ਕੀਤਾ ਕਿ ਇਹਨਾਂ ਨੂੰ ਘੇਰ ਲਓ ਕਿਉਂਕਿ ਸਾਨੂੰ ਮਾਰ ਦੇਣ। ਜਦੋਂ ਘੇਰ ਲਿਆ ਤਾਂ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਆਪਣੇ ਹੋ। ਉਹਨਾਂ ਨੇ ਸਮਝਾਇਆ ਗੱਲਬਾਤ ਨਾਲ, ਸਮਝਾ ਕੇ ਉਹਨਾਂ ਨੇ ਕਿਹਾ ਪੁੱਤਰਾਂ ਇੰਝ ਨਹੀਂ ਕਰੀਦਾ, ਅਸੀਂ ਵੀ ਤੁਹਾਡੇ ਹਾਂ ਤੇ ਤੁਸੀਂ ਸਾਡੇ ਹੋ। ਜੇ ਅਸੀਂ ਇੱਕ ਦੂਜੇ ਨੂੰ ਮਾਰਨ ਲੱਗ ਪਵਾਂਦੇ ਤਾਂ ਫਿਰ ਤਾਂ ਨਹੀਂ ਨਾ ਕੰਮ ਚੱਲਣਾ। ਫਿਰ ਉਹਨਾਂ ਨੇ ਛੱਡ ਦਿੱਤਾ। ਜੇ ਐਡੇ ਹੀ ਦਹਿਸ਼ਤਗਰਦ ਹੁੰਦੇ ਤਾਂ 150-200 ਬੰਦਾ ਫਦਿਆ ਆਇਆ ਮਾਰ ਛੱਡਦੇ। ਫਿਰ ਤੁਸੀਂ ਆਂਦੇ ਦਹਿਸ਼ਤਗਰਦ। 150-200 ਬੰਦਾ ਛੱਡ ਦੇਣ ਨਾਲ ਦਹਿਸ਼ਤਗਰਦੀ ਨਹੀਂ ਹੁੰਦੀ। ਬੰਦੇ ਦਾ ਪੁੱਤਰ ਬਣੋ ਰਾਣਾ ਸਨਾਉल्लाह ਸਾਹਿਬ ਜਾਂ ਦੂਜੇ ਤੀਜੇ ਜਿਹੜੇ ਵੀ ਬਿਆਨ ਦਿੱਤੇ ਹੋ ਸਾਰੇ ਹਕਾਇਕ ਸਮਝੋ, ਵੇਖੋ, ਫਿਰ ਹਕਾਇਕ ਜਿਹੜੇ ਉਹ ਬੋਲੋ। ਮੀਡੀਆ ਵਾਲੇ ਵੀ ਗੁੰਗੇ ਥੱਥੇ ਬਣੇ ਨੇ, ਸਵਾਲ ਹੀ ਨਹੀਂ ਕਰ ਸਕਦੇ। ਪਰ 150-200 ਬੰਦਾ ਉਹਨਾਂ ਰੇਂਜਰ ਦਾ ਜਿਹੜਾ ਉਹ ਫੜ ਕੇ ਤੇ ਛੱਡਿਆ। ਜੇ ਉਹਨਾਂ ਮਾਰਨਾ ਹੁੰਦਾ ਤਾਂ ਉੱਥੇ ਹੀ ਮਾਰ ਲੈਂਦੇ। 3 ਵਾਰੀ ਇਤਜਾਜ ਕੀਤਾ, ਬੰਦੇ ਸ਼ਹੀਦ ਹੋਏ ਨੇ ਤੇ ਉਹ ਗੁੰਗੇ ਥੱਥੇ ਬਣੇ ਨੇ, ਉਹਨਾਂ ਗੱਲ ਕੋਈ ਨਹੀਂ ਕੀਤੀ।
ਪਰ ਤਰੇਵੇਂ ਵਾਰੀ 2 ਵਾਰੀ ਤੇ ਨੂਨ ਲੀਗ ਦਾ ਸਿੱਧਾ ਸਿੱਧਾ ਮਾਮਲਾਤ ਨੇ ਨਾ। ਨੂਨ ਲੀਗ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ? ਕਿਉਂਕਿ ਇਹਨਾਂ ਦੀ ਹਕੂਮਤ ਹੈ ਇਸ ਵਕਤ, ਪੁੱਤਰਾਂ ਤੁਹਾਡੀ ਹਕੂਮਤ ਹੈ। ਲੇਕਿਨ ਬਾਬੇ ਨੇ ਆਖਿਆ ਸੀ PTI ਦੀ ਵਾਰੀ ਦੁਆ ਕੀਤੀ ਸੀ ਤੇ ਅੱਜ ਵੇਖ ਲਓ ਕਿੱਥੇ ਨੇ, ਅੱਜ ਕੀ ਵਰਤੀਂਦੀ ਪਈ ਨਾ। ਤੇ ਇਨਸ਼ਾਅੱਲਾ ਤੁਹਾਡੇ ਤੇ ਵੀ ਆ ਦਿਹਾੜੇ ਥੋੜੇ ਅੱਲਾ ਰੱਖੀ ਖੈਰ, ਤੇ ਇਨਸ਼ਾਅੱਲਾ ਵਕਤ ਆਉਣਾ ਤੇ ਅਸਾਂ ਵੇਖਣਾ, ਬਹਿ ਕੇ ਤੇ ਖਲੋ ਕੇ ਵੇਖਾਂਗੇ। ਬੰਦੇ ਦੇ ਪੁੱਤਰ ਬਣ ਜਾਓ, ਵਜ਼ੀਰ ਮਸ਼ੀਰ ਸਾਰੇ, ਤੇ ਹਕਾਇਕ ਬਿਆਨ ਕਰੋ। ਨਿਊਜ਼ ਐਂਕਰ ਜਿਹੜੇ ਹੋ ਤੁਸੀਂ ਵੀ ਗੂੰਗੇ ਥੱਥੇ ਨਾ ਬਣੋ, ਤੁਸੀਂ ਜਿਹੜੇ ਮੇਰੇ ਸਿਆਣੇ ਹੋ ਤੁਹਾਨੂੰ ਸਾਰੇ ਹਕਾਇਕ ਦਾ ਪਤਾ ਹੈ, ਤੇ ਬੰਦੇ ਦੇ ਪੁੱਤਰ ਬਣ ਜਾਓ ਤੁਸੀਂ ਵੀ, ਹਕਾਇਕ ਬਿਆਨ ਕਰੋ। ਜਦੋਂ ਜ਼ਰੂਰਤ ਹੁੰਦੀ ਹੈ ਉਦੋਂ ਤੁਸੀਂ ਮੂੰਹ ਵਿੱਚ ਚੂਸਣੀਆਂ ਤੇ ਫੀਡਰ ਲੈ ਕੇ ਬਹਿ ਜਾਂਦੇ ਹੋ, ਜਿੱਥੇ ਨਹੀਂ ਲੋੜ ਹੁੰਦੀ ਉੱਥੇ ਤੁਹਾਡੀ ਟਰ ਹੀ ਨਹੀਂ ਮੁੱਕਦੀ। ਰੌਲਾ ਇੰਝ ਪਾਉਂਦੇ ਨੇ ਸਾਰੀ ਦਿਹਾੜ ਜਿਵੇਂ ਪਤਾ ਨਹੀਂ ਹੈ ਬੜੇ ਫਲਸਫੀ ਨੇ। ਇਨਸਾਨ ਦੇ ਪੁੱਤਰ ਬਣ ਜਾਓ। ਅੱਛਾ, ਇੱਕ ਰਹਿ ਗਈ ਮਸਜਿਦ ਵਾਲੀ ਗੱਲ ਜਨਾਬ। 2 ਰਾਣਾ ਸਨਾਉਲਾ ਤੇ ਦੂਜੇ ਨੰਬਰ ਤੇ ਜਨਾਬ ਉਹ ਅਹਿਮਦੀਆਂ ਨੇ ਜਿਹੜਾ ਟਵੀਟ ਕੀਤਾ। 24 ਬੰਦਾ ਨੂਨ ਲਿਖਦਾ ਅਹਿਮਦੀ ਹੈਗੀ, ਅਹਿਮਦੀ ਬੰਦਾ ਨੂਨ ਲਿਖਦਾ ਜਿਹਨੇ ਉਹ ਟਵੀਟ ਕੀਤਾ। ਅੱਛਾ, ਤੀਜੀ ਰਹਿ ਗਈ ਮਸਜਿਦਾਂ ਵਾਲੀ ਗੱਲ। ਮਸਜਿਦਾਂ ਨੂੰ ਤਾਲੇ ਲਾਣੇ ਦਾ ਕਿਹੜਾ ਤਰੀਕਾ ਕਾਰ, ਕਿਹੜਾ ਤੁੱਕ? ਇਹ ਬੇਗੈਰਤੀ ਦੀ ਇੰਤਹਾ ਨਹੀਂ ਹੈ। ਵੈਸੇ ਅਸੀਂ ਪਾਕਿਸਤਾਨ ਦੇ ਵਿੱਚ ਅਹਿਮਦੀਆਂ ਦੇ ਜਿਹੜੇ ਗੰਦਖਾਨੇ ਨੇ ਉਹ ਬੰਦ ਕਰਨੇ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਬੇਗੈਰਤਾਂ ਦਲਿਆਂ ਹੋ, ਤੁਸੀਂ ਉਲਟਾ ਸਾਡੇ ਤੇ ਜਿਹੜਾ ਪ੍ਰੈਸ਼ਰ ਪਾ ਕੇ ਮਸਜਿਦਾਂ ਬੰਦ ਕਰ ਰਹੇ ਹੋ। ਸ਼ਰਮ ਨਹੀਂ ਤੁਹਾਨੂੰ ਆਉਂਦੀ? ਇਹ ਕਿੱਥੋਂ ਦੇ ਕਾਨੂੰਨ ਨੇ? ਮਸਜਿਦਾਂ ਮਦਰਸੇ ਬੰਦ ਕਰ ਦਿਓ ਤੇ ਜਨਾਬ। ਅੱਛਾ, ਜਦੋਂ ਵੀ ਤੁਸੀਂ ਦੀਨਦਾਰ ਤਬਕੇ ਦੀਨ ਨੂੰ ख़त्म करना है, सब तो पहले तरीकाकार मौलवियां बदनाम करो, मदरसे बंद करो, दीन तो ऑटोमैटिकली ख़त्म। तो बस तक फिर लेकिन ये तरीकाकार नहीं पुत्र चलना, ये भुल जाओ। ये दीन रसूलुल्लाह दा सल्लल्लाहु तआला अलैहि वसल्लम दा, तो तुहाडे मेरे प्यो का नहीं है कि जिहड़ा ख़त्म हो जाना। तुहाडे मेरे प्यो की गलत ख़त्म हो सकती है, लेकिन ये दीन अल्लाह और उसके रसूल दा कभी भी ना जे ख़त्म हो सकता। बेगैरती छड्डो, इंसानियत लाओ। तो मस्जिदां मदरसे दाता साहब की जनाब दरबार शरीफ जोड़ा उन जनाब चवां पासे घेर के खलोते हैं, उनके अंदर बंदा को नहीं जान देंगे पे। की बेगैरतियां कर रहे हो यार? तुसी अहमदियां का साथ छड्डना है तो तुहानूं नहीं तो किसी रहण देना, नहीं तो पुत्र तुहानूं भी किसी ने जिथे रहण देना। ये मेरी गल याद रखा जी। बंदे तो पुत्र बनाओ, मस्जिदां खोलो, जिहड़े शुहदा ने उन्हां दी लाशां वापस करो, जिहड़े तुहाडे कोल ने हुकूमत कोल ने। इंसान के पुत्र बन जाओ। ये हुण वक्त है तो बंदे के पुत्रां माफ़ी मंग लो, चंगे रस हो जे भी वक्त, नहीं तो तुहानूं याद है उसी का वक्त। यकीन मनो अंदर बड़ा ही दुख होंदा है जो इन्हां बेगैरतां दीयां गल्लां सुनी दियां। इजाज़त दो, इंशाअल्लाह फिर मिलांगे नवीं वीडियो के नाल। अल्लाह हाफिज़।